नमस्कार। खबरों के इस बुलेटिन च तुहाडा स्वागत है। मैं हाँ स्वरनजीत सिंह। पहला पेश ने चोण दीआं खबरां। प्रधानमंत्री नरेंद्र मोदी नाल मुलाकात करके बीजेपी नेतावां ने श्री करतारपुर साहिब लांघा मुड़ खोलण की कीती बेनती। देशव्यापी टीकाकरण मुहिम तहत हुण तक 1 अरब 12 करोड़ तो वध टीके लगाए गए। पंजाब राज कानूनी सेवावां अथॉरिटी वालों मोहाली विखे आज़ादी का अमृत महोत्सव ਨੂੰ समर्पित जागरूकता रैली आयोजित। दुबई विखे T20 विश्व कप का फाइनल अज आस्ट्रेलिया ते न्यूजीलैंड विचाले। ते हुण खबरां विस्तार नाल। पंजाब जम्मू कश्मीर ਅਤੇ दिल्ली के बीजेपी नेतावां ने अज नवी दिल्ली विखे प्रधानमंत्री नरेंद्र मोदी नाल मुलाकात की। इन्हां नेतावां ने प्रधानमंत्री ਨੂੰ श्री करतारपुर साहिब ਲਈ ਲਾਂਘਾ ਮੁੜ ਖੋਲ੍ਹਣ ਦੀ ਬੇਨਤੀ ਕੀਤੀ ਅਤੇ ਇਸ ਬਾਰੇ ਇੱਕ ਮੰਗ ਪੱਤਰ ਵੀ ਦਿੱਤਾ। ਇੱਕ ਰਿਪੋਰਟ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਬ ਤੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚਦੀਆਂ ਨੇ। ਇਸ ਨੂੰ ਵੇਖਦਿਆਂ ਹੀ बीजेपी ਦੇ ਇੱਕ ਉੱਚ ਪੱਧਰੀ ਵਫਦ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਸੰਬੰਧੀ ਮੰਗ ਪੱਤਰ ਦਿੱਤਾ। ਇਸ ਵਫਦ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਮਗਰੋਂ ਦੱਸਿਆ ਜੋ ਕਰਤਾਰਪੁਰ ਕੋਰੀਡੋਰ ਦਾ ਲਾਂਘਾ ਕਰੋਨਾ ਦੇ ਕਾਰਨ ਬੰਦ ਹੋ ਗਿਆ ਸੀ ਔਰ ਇਹ ਵੀ ਦੇਣ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹ ਸੰਗਤਾਂ ਨੂੰ ਦਰਸ਼ਨ ਕਰਨ ਲਈ ਕਰਤਾਰਪੁਰ ਦਾ ਜੋ ਲਾਂਘਾ ਕਾਂਗਰਸ ਆਜ਼ਾਦੀ ਤੋਂ ਬਾਅਦ ਖੋਲ੍ਹ ਨਹੀਂ ਸਕੀ ਸੀ ਤੇ ਇਹ ਮੋਦੀ ਸਾਹਿਬ ਦੇ ਹਿੱਸੇ ਆਇਆ ਹੈ। ਉਹਨੂੰ ਦੁਬਾਰਾ ਰਸਤੇ ਨੂੰ ਖੋਲ੍ਹਣ ਲਈ ਅੱਜ ਅਸੀਂ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਾ ਪੂਰੀ ਦੁਨੀਆ ਵਿੱਚ ਵਸਦੇ ਨੇ। ਸਿਰਫ ਸਿੱਖ ਹੀ ਨਹੀਂ, ਬਹੁਤ ਸਾਰੇ ਹਿੰਦੂ ਔਰ ਸਿੰਧੀ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਆਸਥਾ ਫਿਰ ਰੱਖਦੇ ਆ। ਉਹਨਾਂ ਸਾਰਿਆਂ ਵਾਸਤੇ ਦਰਸ਼ਨ ਕਰਨ ਦਾ ਮੌਕਾ ਫਿਰ ਤੋਂ ਕੋਰੀਡੋਰ ਖੋਲ੍ਹਿਆ ਜਾਵੇ ਔਰ 19 ਤਾਰੀਖ ਤੋਂ ਪਹਿਲੋਂ ਅਗਰ ਖੋਲ੍ਹ ਦੇਣ ਪ੍ਰਧਾਨ ਮੰਤਰੀ ਜੀ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਤੇ ਫਿਰ ਸਾਰਿਆਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਮੋਦੀ ਜੀ ਨਾਲ ਗੱਲ ਕਰਕੇ ਸਾਨੂੰ ਬਹੁਤ ਅੱਛਾ ਲੱਗਾ ਕਿ ਸਿੱਖਾਂ ਦੇ ਪ੍ਰਤੀ ਉਹਨਾਂ ਦੇ ਮਨ ਵਿੱਚ ਬਹੁਤ ਅੱਛੀ ਉਹਨਾਂ ਦੀ ਭਾਵਨਾ ਹੈ। ਪ੍ਰਧਾਨ ਮੰਤਰੀ ਜੀ ਹਮੇਸ਼ਾ ਸ਼੍ਰੀ ਗੁਰੂ ਨਾਨਕ ਦੀ ਸੋਚ ਨੂੰ ਲੈ ਕੇ ਚੱਲਦੇ ਆ। ਉਹ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਨੇ ਕਿਹਾ ਕਿ ਨਾਨਕ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਸੱਚ ਦੇ ਰਸਤੇ ਤੇ ਚੱਲਦੇ ਆ ਤੇ ਹਮੇਸ਼ਾ ਨਾਨਕ ਕਦੇ ਹਾਰ ਨਹੀਂ ਸਕਦਾ, ਜਿੱਤ ਨਾਨਕ ਦੀ ਹੋਣੀ ਆ ਤੇ ਇਸ ਕਰਕੇ ਉਹ ਸੱਚ ਦਾ ਰਸਤਾ ਤੇ ਪ੍ਰਧਾਨ ਮੰਤਰੀ ਜੀ ਸਫਲ ਹੋ ਰਹੇ ਆ, ਸਾਡਾ ਦੇਸ਼ ਵੀ ਸਫਲ ਹੋ ਰਿਹਾ ਉਹਨਾਂ ਦੀ ਇਸ ਸੋਚ ਦੀ ਵਜ੍ਹਾ ਕਰਕੇ। ਅਸੀਂ ਉਹਨਾਂ ਦਾ ਅੱਜ ਇਸੇ ਲਈ ਧੰਨਵਾਦ ਕਰਨ ਆਏ ਸੀ। ਅਸੀਂ ਅੱਜ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਜਿਹੜੀ ਸੰਗਤ ਹੈ ਉਹਨਾਂ ਦੀਆਂ ਭਾਵਨਾਵਾਂ ਲੈ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ ਆਏ ਸੀ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਉਸ ਲਾਂਘੇ ਨੂੰ ਖੋਲ੍ਹ ਕੇ ਜਿਹੜੀ ਨਾਨਕ ਨਾਮ ਲੇਵਾ ਸੰਗਤ ਹੈ ਉਹਨਾਂ ਦੇ ਜਿਹੜੇ ਵਲਵਲੇ ਆ, ਉਹਨਾਂ ਦੀਆਂ ਜਿਹੜੀਆਂ ਉਮੰਗਾਂ ਨੇ ਉਹਨਾਂ ਨੂੰ ਪੂਰੀਆਂ ਕੀਤਾ ਜਾਵੇ। ਵਫਦ ਦੇ ਇੱਕ ਮੈਂਬਰ ਨੇ ਅਫਗਾਨਿਸਤਾਨ ਤੋਂ ਸਿੱਖ ਭਾਈਚਾਰੇ ਨੂੰ ਸੁਰੱਖਿਅਤ ਲਿਆਉਣ ਲਈ ਵੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਮੈਂ ਧੰਨਵਾਦੀ ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ। ਉਹਨਾਂ ਨੇ ਅਫਗਾਨਿਸਤਾਨ ਤੋਂ ਜੋ ਸਾਡੇ ਲੋਕ ਸਿੱਖ ਉੱਥੇ ਪੀੜਤ ਹੋ ਕੇ ਆਏ ਸੀ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ, ਉਹਨਾਂ ਨੂੰ ਨਾਗਰਿਕਤਾ ਦਿੱਤੀ ਔਰ ਰਹਿਣ ਸਹਿਣ ਦਾ ਪੰਜਾਬ ਭਾਰਤੀਆਂ ਵਾਲੇ ਸਾਰੀਆਂ ਸਹੂਲਤਾਂ ਦਿੱਤੀਆਂ। ਜਿਹੜੇ ਸਾਡੇ ਗੁਰੂ ਸਾਹਿਬਾਂ ਦੇ ਸਰੂਪ ਉੱਥੋਂ ਲਿਆਂਦੇ ਗਏ ਸੀ ਉਹਨਾਂ ਨੂੰ ਪੂਰੇ ਮਾਣ ਸਤਿਕਾਰ ਦੇ ਨਾਲ ਵੱਖ-ਵੱਖ ਗੁਰਦੁਆਰਾ ਸਾਹਿਬਾਂ ਨੇ ਸਥਾਪਿਤ ਕੀਤਾ ਔਰ ਉਹਨਾਂ ਦਾ ਸਤਿਕਾਰ ਕੀਤਾ। ਉਹਨਾਂ ਨੇ ਸਾਡੇ ਗੁਰੂ ਸਾਹਿਬ ਅਤੇ ਜੋ ਸਤਿਕਾਰ ਦਿਖਾਇਆ ਹੈ, ਮੈਂ ਪ੍ਰਧਾਨ ਮੰਤਰੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਇਸ ਵਫਦ ਵਿੱਚ ਬੀਜੇਪੀ ਦੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਗੌਤਮ, ਤਰੁਣ ਚੁੱਗ, ਨਰਿੰਦਰ ਸਿੰਘ, ਕੌਮੀ ਬੁਲਾਰਾ RP ਸਿੰਘ, ਬੀਜੇਪੀ ਯੁਵਾ ਮੋਰਚੇ ਦੇ ਕੌਮੀ ਸਕੱਤਰ ਤਜਿੰਦਰ ਸਿੰਘ ਬੱਗਾ, ਕੌਮੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਕਿਸਾਨ ਮੋਰਚੇ ਦੇ ਸੂਬਾ ਪ੍ਰਭਾਰੀ ਰਜਿੰਦਰ ਮੋਹਨ ਸਿੰਘ ਛੀਨਾ, ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਸੂਬਾ ਕਿਸਾਨ ਮੋਰਚਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਅਤੇ ਅਨੁਸੂਚਿਤ ਜਾਤੀ ਮੋਰਚੇ ਦੇ ਕੌਮੀ ਸਕੱਤਰ ਸੰਤੋਖ ਸਿੰਘ ਗੁਮਟਾਲਾ ਸ਼ਾਮਲ ਸਨ। ਬਿਊਰੋ ਰਿਪੋਰਟ, ਦੂਰਦਰਸ਼ਨ ਸਮਾਚਾਰ। कोविड-19 की देशव्यापी टीकाकरण मुहिम तहत हुण तक 1 अरब 12 करोड़ 27 लाख तो वध टीके लगाए गए हैं। सेहत मंत्रालय वालों दी गई जानकारी मुताबिक 75 करोड़ 23 लाख तो वध लोगों को पहला टीका लगाया गया, जबकि तकरीबन 37 करोड़ लाभार्थियों का मुकम्मल टीकाकरण हो चुका है। ताज़ा आंकड़े मुताबिक अज बाद दोपहर तक 25 लाख तो वध टीके लगाए गए हैं। पंजाब में हुण तक 2 करोड़ 29 लाख के करीब टीके लगाए गए हैं।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪ੍ਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਮਰਾਠਵਾੜਾ ਜਨਨੇਤਾ ਅਨੰਤ ਰਾਮ ਭਾਲੇਰਾਓ ਅਤੇ ਪੀਲੂ ਮੋਦੀ ਬਾਰੇ ਜਾਣਕਾਰੀ ਦੇ ਰਹੇ ਹਾਂ। ਪੇਸ਼ ਹੈ ਇੱਕ ਰਿਪੋਰਟ। ਸੁਤੰਤਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1899 ਨੂੰ ਇਲਾਹਾਬਾਦ ਵਿੱਚ ਹੋਇਆ ਸੀ। 16 ਸਾਲ ਦੀ ਉਮਰ ਤੱਕ ਘਰ ਵਿੱਚ ਹੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਪ੍ਰਸਿੱਧ ਅੰਗਰੇਜ਼ੀ ਸਕੂਲ ਹੈਰੋ ਚਲੇ ਗਏ। ਉੱਥੇ ਉਹਨਾਂ ਨੇ 2 ਸਾਲ ਦੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ਜਵਾਹਰ ਲਾਲ ਨੇ ਕੈਂਬਰਿਜ ਦੇ ਟ੍ਰਿਨਿਟੀ ਕਾਲਜ ਵਿੱਚ ਦਾਖਲਾ ਲਿਆ। ਕੈਂਬਰਿਜ ਤੋਂ ਸਿੱਖਿਆ ਹਾਸਲ ਕਰਨ ਤੋਂ ਬਾਅਦ ਉਹ ਲੰਡਨ ਦੀ ਈਨਰ ਟੈਂਪਲ ਵਿੱਚ 2 ਵਰ੍ਹਿਆਂ ਦੀ ਪੜ੍ਹਾਈ ਤੋਂ ਬਾਅਦ ਪ੍ਰੈਸ਼ਰ ਬਣ ਗਏ। ਭਾਰਤ ਵਾਪਸ ਆਉਣ 'ਤੇ ਨਹਿਰੂ ਨੇ ਸਭ ਤੋਂ ਪਹਿਲਾਂ ਵਕੀਲ ਦੇ ਰੂਪ ਵਿੱਚ ਸਥਾਪਿਤ ਹੋਣ ਦਾ ਯਤਨ ਕੀਤਾ, ਪਰ ਅਟਾਰਨੀ ਦੇ ਰੂਪ ਵਿੱਚ ਨਹਿਰੂ ਅਸਫਲ ਰਹੇ। ਮਹਾਤਮਾ ਗਾਂਧੀ ਨਾਲ ਮਿਲਣ ਤੱਕ ਉਹਨਾਂ ਦੀ ਕਿਸੇ ਕੰਮ ਵਿੱਚ ਦਿਲਚਸਪੀ ਨਹੀਂ ਸੀ। ਗਾਂਧੀ ਜੀ ਦੇ ਕਹਿਣ 'ਤੇ ਜਵਾਹਰ ਨਿਡਰ ਹੋ ਕੇ ਬਿਨਾਂ ਕਿਸੇ ਨਫ਼ਰਤ ਦੇ ਭਾਰਤ ਦੇ ਅੰਗਰੇਜ਼ ਹਾਕਮਾਂ ਨਾਲ ਲੜਾਈ ਲਈ ਆਕਰਸ਼ਕ ਹੋਏ। ਭਾਰਤੀ ਰਾਜਨੀਤੀ ਵਿੱਚ ਨਹਿਰੂ ਦੀ ਭੂਮਿਕਾ 1929 ਵਿੱਚ ਕਾਂਗਰਸ ਪਾਰਟੀ ਦਾ ਪ੍ਰਧਾਨ ਚੁਣੇ ਜਾਣ ਤੱਕ ਦੂਜੇ ਦਰਜੇ ਦੀ ਹੀ ਬਣੀ ਰਹੀ। ਲਾਹੌਰ ਵਿੱਚ ਕਾਂਗਰਸ ਦੇ ਇਤਿਹਾਸਕ ਇਜਲਾਸ ਵਿੱਚ ਉਹਨਾਂ ਦੇ ਪ੍ਰਧਾਨ ਬਣਨ 'ਤੇ ਭਾਰਤ ਦੇ ਸਿਆਸੀ ਟੀਚੇ ਦੇ ਰੂਪ ਵਿੱਚ ਸੰਪੂਰਨ ਆਜ਼ਾਦੀ ਦੀ ਮੰਗ ਕੀਤੀ ਗਈ। 1921 ਤੋਂ 1945 ਤੱਕ ਨਹਿਰੂ ਨੂੰ 8 ਵਾਰ ਹਿਰਾਸਤ ਵਿੱਚ ਲਿਆ ਗਿਆ। ਇਸ ਤਰ੍ਹਾਂ ਉਹ ਕੁੱਲ ਮਿਲਾ ਕੇ 9 ਸਾਲ ਜੇਲ੍ਹ ਵਿੱਚ ਰਹੇ। ਸੁਤੰਤਰਤਾ ਤੋਂ ਬਾਅਦ ਨਹਿਰੂ ਨੂੰ ਪਹਿਲਾ ਪ੍ਰਧਾਨ ਮੰਤਰੀ ਚੁਣਿਆ ਗਿਆ। Long years ago, we made a tryst with destiny, and now the time comes when we shall redeem our pledge, not wholly or in full measure, but very substantially. At the stroke of the midnight hour, when the world sleeps, India will awake to life and freedom. ਨਵੇਂ ਗਣਰਾਜ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨਹਿਰੂ ਨੇ ਲੋਕਤੰਤਰੀ ਰਾਜਨੀਤੀ, ਯੋਜਨਾਬੰਦ ਅਰਥ ਵਿਵਸਥਾ ਅਤੇ ਸਨਅਤੀ ਵਿਕਾਸ ਦੇ ਖੇਤਰ ਵਿੱਚ ਜ਼ਿਕਰਯੋਗ ਯੋਗਦਾਨ ਪਾਇਆ। ਉਹਨਾਂ ਨੇ ਉੱਚ ਸਿੱਖਿਆ ਦੇ ਅਦਾਰਿਆਂ 'ਤੇ ਧਿਆਨ ਦਿੱਤਾ। ਪੁਲਾੜ ਟੈਕਨੋਲੋਜੀ ਅਤੇ ਪਰਮਾਣੂ ਊਰਜਾ ਦੇ ਖੇਤਰ ਵਿੱਚ ਉਹਨਾਂ ਦੀਆਂ ਦੂਰਦਰਸ਼ਨੀ ਨੀਤੀਆਂ ਸਨ। ਨਹਿਰੂ 18 ਸਾਲ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਅਤੇ 1950 ਤੋਂ ਭਾਰਤੀ ਗਣਰਾਜ ਦੇ ਪ੍ਰਧਾਨ ਮੰਤਰੀ ਬਣੇ। ਨਹਿਰੂ ਨੇ ਭਾਰਤ ਵਿੱਚ ਪਾਰਲੀਮਾਨੀ ਸਰਕਾਰ ਦੀ ਸਥਾਪਨਾ ਕੀਤੀ ਅਤੇ ਵਿਦੇਸ਼ੀ ਰਾਜਨੀਤੀ ਵਿੱਚ ਨਿਰਪੱਖ ਅਤੇ ਗੁੱਟ ਨਿਰਲੇਪ ਨੇਤਾ ਦੇ ਰੂਪ ਵਿੱਚ ਪਛਾਣ ਬਣਾਈ। ਉਹ 1930 ਅਤੇ 1940 ਦੇ ਦਹਾਕੇ ਵਿੱਚ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਸਨ। 27 ਮਈ 1964 ਨੂੰ ਨਹਿਰੂ ਦਾ ਦੇਹਾਂਤ ਹੋ ਗਿਆ। ਲੇਖਕ ਦੇ ਰੂਪ ਵਿੱਚ ਉਹਨਾਂ ਨੇ ਵਧੇਰੇ ਸ਼ਲਾਘਾ ਹਾਸਲ ਕੀਤੀ। ਜੇਲ੍ਹ ਵਿੱਚ ਨਹਿਰੂ ਨੇ ਲੈਟਰਸ ਫਰੋਮ ਏ ਫਾਦਰ ਟੂ ਹਿਜ਼ ਡਾਟਰ, ਐਨ ਆਟੋਬਾਇਓਗ੍ਰਾਫੀ ਅਤੇ ਦ ਡਿਸਕਵਰੀ ਆਫ ਇੰਡੀਆ ਸ਼ਾਮਲ ਹੈ, ਜੋ ਦੁਨੀਆ ਭਰ ਵਿੱਚ ਪੜ੍ਹੀ ਜਾਂਦੀ ਹੈ। ਮਰਾਠਵਾੜਾ ਜਨਨੇਤਾ ਅਨੰਤ ਰਾਮ ਭਾਲੇਰਾਓ ਦਾ ਜਨਮ 14 ਨਵੰਬਰ 1918 ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਹੋਇਆ ਸੀ। ਉਹ ਅੰਨਾ ਦੇ ਨਾਂ ਨਾਲ ਲੋਕਪ੍ਰਿਯ ਸਨ। ਅਨੰਤ ਰਾਓ ਅਜਿਹੇ ਪੱਤਰਕਾਰ ਸਨ ਜਿਨ੍ਹਾਂ ਨੇ ਕਦਰਾਂ ਕੀਮਤਾਂ ਤੇ ਆਧਾਰਿਤ ਜ਼ਿੰਦਗੀ ਬਤੀਤ ਕੀਤੀ। ਉਹ ਜਵਾਨੀ ਵਿੱਚ ਹੈਦਰਾਬਾਦ ਮੁਕਤੀ ਅੰਦੋਲਨ ਵਿੱਚ ਸ਼ਾਮਲ ਹੋਏ, ਜਿਸ ਲਈ ਉਹਨਾਂ ਨੂੰ ਜੇਲ੍ਹ ਵੀ ਹੋਈ। 1944 ਵਿੱਚ ਉਹਨਾਂ ਨੇ ਲਗਾਨ ਦੀ ਵਸੂਲੀ ਦੇ ਵਿਰੋਧ ਵਿੱਚ ਨਿਜ਼ਾਮ ਸਰਕਾਰ ਵਿਰੁੱਧ ਅੰਦੋਲਨ ਸ਼ੁਰੂ ਕੀਤਾ। ਅਨੰਤ ਰਾਓ ਨੇ ਵਾਗਮਾਰੇ ਨਾਲ ਮਰਾਠਵਾੜਾ ਅਖਬਾਰ ਦਾ ਸੰਪਾਦਨ ਵੀ ਕੀਤਾ। ਉਹਨਾਂ ਨੇ ਮਰਾਠਵਾੜਾ ਅਖਬਾਰ ਦੇ ਦਰਵਾਜ਼ੇ ਤੱਕ ਲੋਕਾਂ ਨੂੰ ਸ਼ਿਕਾਇਤਾਂ ਪੇਸ਼ ਕਰਨ ਦਾ ਮੌਕਾ ਦੇ ਕੇ ਲੋਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਅਨਿਆਂ ਕਰਨ ਵਾਲਿਆਂ ਦਾ ਪਰਦਾਫਾਸ਼ ਕੀਤਾ। ਨਤੀਜੇ ਵਜੋਂ ਲੋਕਾਂ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਮਰਾਠਵਾੜਾ ਖੇਤਰ ਦੇ ਲੋਕਾਂ ਦੀ ਆਵਾਜ਼ ਹੈ। ਲੋਕ ਹੁਣ ਅਨੰਤ ਰਾਓ ਨੂੰ ਜਨ ਨੇਤਾ ਦੇ ਰੂਪ ਵਿੱਚ ਦੇਖਣ ਲੱਗੇ ਸਨ। ਹੈਦਰਾਬਾਦ ਵਿੱਚ ਇਸ ਅਖਬਾਰ ਉੱਪਰ ਪਾਬੰਦੀ ਲਗਾ ਦਿੱਤੀ। 15 ਅਗਸਤ 1947 ਨੂੰ ਲੋਕਾਂ ਨੂੰ ਆਪਣੇ ਘਰਾਂ ਤੇ ਜਨਤਕ ਥਾਵਾਂ ਤੇ ਤਿਰੰਗਾ ਲਹਿਰਾਉਣ ਦੇ ਮਾਧਿਅਮ ਨਾਲ ਸੱਤਿਆਗ੍ਰਹਿ ਦੀ ਅਪੀਲ ਕੀਤੀ ਗਈ। ਇਸੇ ਕਾਰਨ ਨਿਜ਼ਾਮ ਦੀ ਹਥਿਆਰਬੰਦ ਪੁਲਿਸ ਨਾਲ ਟਕਰਾਅ ਹੋਇਆ। ਹਿਲਸ ਆਫ ਪਾਰਲਰ ਵਿੱਚ ਜੰਗਲ ਸੱਤਿਆਗ੍ਰਹਿ ਦੌਰਾਨ 7 ਤੋਂ 8 ਹਜ਼ਾਰ ਲੋਕ ਇਕੱਠੇ ਹੋਏ। ਅਨੰਤ ਰਾਓ ਨੇ ਇਹਨਾਂ ਲੜਾਈਆਂ ਦੀ ਅਗਵਾਈ ਕੀਤੀ। 1948 ਵਿੱਚ ਨਿਜ਼ਾਮ ਦੀ ਹਕੂਮਤ ਖਤਮ ਹੋਣ ਨਾਲ ਮਰਾਠਵਾੜਾ ਨੂੰ ਮੁੜ ਸ਼ੁਰੂ ਕੀਤਾ ਗਿਆ।
14 ਨਵੰਬਰ ਪੀਲੂ ਮੋਦੀ ਦੀ ਜਯੰਤੀ ਵੀ ਹੈ। ਮੋਦੀ ਵਾਸਤੂਕਲਾ ਦੇ ਵਿਦਵਾਨ, ਰਾਜਨੇਤਾ, ਸਵਤੰਤਰ ਪਾਰਟੀ ਦੇ ਸੰਸਥਾਪਕ ਮੈਂਬਰ ਸਨ। ਮੋਦੀ ਦੀ ਸਿੱਖਿਆ ਦੇਹਰਾਦੂਨ ਦੇ ਦੂਨ ਸਕੂਲ ਵਿੱਚ ਹੋਈ ਸੀ। ਉੱਚ ਸਿੱਖਿਆ ਬਰਕਲੇ ਦੀ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਹਾਸਲ ਕੀਤੀ, ਜਿੱਥੋਂ ਉਹਨਾਂ ਨੇ ਵਾਸਤੂਕਲਾ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਦੀ ਡਿਗਰੀ ਲਈ। ਸਿਆਸੀ ਜ਼ਿੰਦਗੀ ਵਿੱਚ ਪੀਲੂ ਮੋਦੀ ਉਦਾਰਵਾਦ ਅਤੇ ਸੁਤੰਤਰਤਾ ਦੇ ਹਮਾਇਤੀ ਸਨ। 1967 ਦੀਆਂ ਆਮ ਚੋਣਾਂ ਵਿੱਚ ਉਹਨਾਂ ਨੂੰ ਗੁਜਰਾਤ ਦੀ ਗੋਧਰਾ ਸੀਟ ਤੋਂ ਲੋਕ ਸਭਾ ਲਈ ਚੁਣਿਆ ਗਿਆ। 1971 ਵਿੱਚ ਉਹ ਮੁੜ ਤੋਂ ਲੋਕ ਸਭਾ ਚੋਣ ਜਿੱਤ ਗਏ ਅਤੇ ਮਾਰਚ 1977 ਤੱਕ ਲੋਕ ਸਭਾ ਦੇ ਮੈਂਬਰ ਰਹੇ। 1972 ਵਿੱਚ ਉਹਨਾਂ ਨੇ ਵਾਸਤੂ ਕਲਾ ਐਕਟ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ 1975 ਵਿੱਚ ਭਾਰਤ ਵਿੱਚ ਐਮਰਜੈਂਸੀ ਦੌਰਾਨ ਮੋਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੂੰ ਅੰਦਰੂਨੀ ਸੁਰੱਖਿਆ ਕਾਨੂੰਨ ਦੇ ਤਹਿਤ ਪ੍ਰਦਾਨ ਕੀਤੇ ਗਏ ਵਿਵਾਦਤ ਅਧਿਕਾਰਾਂ ਦਾ ਇਸਤੇਮਾਲ ਕਰਦਿਆਂ ਇੰਦਰਾ ਗਾਂਧੀ ਦੀ ਸਰਕਾਰ ਨੇ ਗ੍ਰਿਫਤਾਰ ਕੀਤਾ ਸੀ। 10 ਅਪ੍ਰੈਲ 1978 ਨੂੰ ਮੋਦੀ ਰਾਜ ਸਭਾ ਦੇ ਮੈਂਬਰ ਬਣ ਗਏ ਅਤੇ 1983 ਵਿੱਚ ਦੇਹਾਂਤ ਤੱਕ ਰਾਜ ਸਭਾ ਦੀ ਸੇਵਾ ਕੀਤੀ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਇੱਕ ਜਾਗਰੂਕਤਾ ਰੈਲੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੋਹਾਲੀ ਦੇ ਸੁਹਾਣਾ ਪਿੰਡ ਵਿੱਚ ਅੱਜ ਆਯੋਜਿਤ ਕੀਤੀ ਗਈ। ਅਥਾਰਟੀ ਦੇ ਮੈਂਬਰ ਸਕੱਤਰ ਅਰੁਣ ਗੁਪਤਾ ਨੇ ਸੁਹਾਣਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੋਂ ਰੈਲੀ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਮੋਹਾਲੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਸਿੰਘ ਰਾਏ ਵੀ ਉਹਨਾਂ ਦੇ ਨਾਲ ਸਨ। ਰੈਲੀ ਵਿੱਚ ਜ਼ਿਲ੍ਹੇ ਦੇ ਹੋਰ ਸੀਨੀਅਰ ਜੱਜਾਂ, DLSA ਦੇ ਮੈਂਬਰਾਂ, ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਇਲਾਵਾ ਕਈ ਸਵੈ ਸੇਵੀ ਸੰਸਥਾਵਾਂ ਤੇ ਨਾਗਰਿਕਾਂ ਨੇ ਵੀ ਹਿੱਸਾ ਲਿਆ। ਇਹ ਰੈਲੀ ਸੁਹਾਣਾ ਦੇ ਵੱਖ-ਵੱਖ ਖੇਤਰਾਂ ਤੋਂ ਹੁੰਦੀ ਹੋਈ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਖਤਮ ਹੋਈ। ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਅਰੁਣ ਗੁਪਤਾ ਨੇ ਕਿਹਾ ਕਿ ਅਥਾਰਟੀ ਅਧੀਨ ਲੋਕਾਂ ਨੂੰ ਜਲਦੀ ਨਾਲ ਨਿਆਂ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ RS ਰਾਏ ਅਤੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਦੇ ਸਕੱਤਰ ਬਲਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਅੱਜ ਜਨਮ ਦਿਨ ਹੈ। ਇਸ ਦਿਨ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਪ ਰਾਸ਼ਟਰਪਤੀ M ਵੈਂਕਈਆ ਨਾਇਡੂ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਪੰਡਿਤ ਨਹਿਰੂ ਨੂੰ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਉਹਨਾਂ ਦੇ ਯੋਗਦਾਨ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਹਿਰੂ ਜਯੰਤੀ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। T20 ਵਿਸ਼ਵ ਕੱਪ ਦਾ ਫਾਈਨਲ ਅੱਜ ਦੁਬਈ ਵਿਖੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਦੋਵੇਂ ਟੀਮਾਂ ਇਸ ਮੈਚ ਨੂੰ ਜਿੱਤਣ ਲਈ ਪੂਰੇ ਜ਼ੋਰ ਸ਼ੋਰ ਨਾਲ ਮੈਦਾਨ ਤੇ ਉਤਰਨਗੀਆਂ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੱਲ੍ਹ ਖਿਡਾਰੀਆਂ ਤੇ ਕੋਚਾਂ ਨੂੰ ਕੌਮੀ ਖੇਡ ਪੁਰਸਕਾਰਾਂ ਨਾਲ ਨਿਵਾਜਿਆ। ਇਹਨਾਂ ਵਿੱਚ ਜਲੰਧਰ ਤੋਂ ਹਾਕੀ ਦੇ 4 ਖਿਡਾਰੀ ਅਤੇ ਕੋਚ ਦਵਿੰਦਰ ਸਿੰਘ ਕਰਚਾ ਵੀ ਸ਼ਾਮਲ ਸਨ। ਖੇਡ ਰਤਨ ਅਵਾਰਡ ਨਾਲ ਸਨਮਾਨਿਤ ਹਾਕੀ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਨੇ ਇਸ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਜਲੰਧਰ ਵਿੱਚ ਦੂਰਦਰਸ਼ਨ ਦੇ ਨੁਮਾਇੰਦੇ ਸ਼ਿਸ਼ੂ ਸ਼ਰਮਾ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਇਸ ਨਾਲ ਹੋਰਨਾਂ ਨੌਜਵਾਨਾਂ ਨੂੰ ਅੱਗੇ ਆਉਣ ਲਈ ਪ੍ਰੇਰਨਾ ਮਿਲੇਗੀ। ਸਾਡੀ ਸੈਂਟਰ ਗੌਰਮੈਂਟ ਨੇ ਬਹੁਤ ਜ਼ਿਆਦਾ ਧਿਆਨ ਵਿੱਚ ਰੱਖਿਆ ਤੇ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਬਹੁਤ ਮਿਹਰਬਾਨੀ ਉਹਨਾਂ ਦੀ ਕਿ ਉਹਨਾਂ ਨੇ ਐਡਾ ਵੱਡਾ ਅਵਾਰਡ ਮੇਰੇ ਬੱਚੇ ਨੂੰ ਦਿੱਤਾ। ਅੱਗੇ ਕੀ ਉਮੀਦ ਕਰਦੇ ਹੋ? ਅੱਗੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਅਗਲਾ ਸਾਲ ਇਹਨਾਂ ਦਾ ਬਹੁਤ ਜ਼ਿਆਦਾ ਸੰਘਰਸ਼ ਵਾਲਾ ਵਾ ਤੇ 골ਡ ਮੈਡਲ ਲੈ ਕੇ ਆਉਣ ਤੇ ਅੱਗੇ ਵੀ ਪਦਮ ਸ਼੍ਰੀ ਅਵਾਰਡ ਮਿਲੇ। ਤੇ ਹੋਰ ਟੀਮ ਦੇ ਵਾਸਤੇ ਕੀ ਕਰਨਾ ਚਾਹੀਦਾ? ਟੀਮ ਵਾਸਤੇ ਇਹ ਸਾਡੀ ਮਨੋਕਾਮਨਾ ਵਾ ਕਿ ਸਾਰੀ ਟੀਮ ਜਿੱਦਾਂ ਖੇਡੀ ਆ ਉੱਦਾਂ ਹੀ ਵਧੀਆ ਖੇਡਣ ਤੇ ਇਦਾਂ ਹੀ ਸਾਰੀ ਟੀਮ ਨੂੰ ਅਵਾਰਡ ਮਿਲਦੇ ਰਹਿਣ ਤੇ ਹਰ ਇੱਕ ਦਾ ਮਾਂ-ਬਾਪ ਖੁਸ਼ ਰਹੇ। ਕੀ ਸਮਝਦੇ ਹੋ ਕਿ ਜਿੱਦਾਂ ਇਹਨਾਂ ਨੂੰ ਅਵਾਰਡ ਮਿਲਿਆ ਅੱਗੇ ਜਿਹੜੇ ਨਵੇਂ ਬੱਚੇ ਖੇਡਣ ਵਾਲੇ ਆ ਉਹਨਾਂ ਦਾ ਮਨੋਬਲ ਵੱਧਦਾ ਇਹਦੇ ਨਾਲ? ਉਹਨਾਂ ਦਾ ਤੇ ਬਹੁਤ ਜ਼ਿਆਦਾ ਵਧੂਗਾ ਜੀ। ਦੇਖੋ ਜਦੋਂ ਬੱਚਿਆਂ ਨੂੰ ਪਤਾ ਲੱਗੂਗਾ ਕਿ ਵੀ ਸਾਰੀ ਟੀਮ ਨੂੰ ਅਰਜਨ ਅਵਾਰਡ ਮਿਲਿਆ ਤੇ ਮਨਪ੍ਰੀਤ ਨੂੰ ਤੇ ਆਪਣੇ ਨੂੰ ਸ਼੍ਰੀ ਜੇਸ਼ ਨੂੰ ਖੇਲ ਰਤਨ ਅਵਾਰਡ ਮਿਲਿਆ ਤੇ ਉਹ ਵੀ ਤਰੱਕੀਆਂ ਕਰਨਗੇ, ਉਹ ਵੀ ਖੇਡਣਗੇ ਬਹੁਤ ਵਧੀਆ। ਸਾਡੀ ਇਹ ਉਮੀਦ ਆ ਸਾਰੇ ਬੱਚਿਆਂ ਨੂੰ ਕਿ ਤੁਸੀਂ ਗੇਮ ਵੱਲ ਜਾਓ ਤੇ ਆਪਣੇ ਦੇਸ਼ ਦਾ ਨਾਮ ਉੱਚਾ ਕਰੋ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਨਮਸਕਾਰ।